ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸੁਖ ਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀਓ। ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਮਾਲਕ, ਕਰੋੜਾਂ ਹੀ ਖੰਡਾਂ ਬ੍ਰਹਿਮੰਡਾਂ ਦੇ ਸਿਰਜਣਹਾਰੇ, ਸਰਬ ਕਲਾ ਸਮਰੱਥ, ਵਾਲੀਏ ਕੁਲ ਆਲਮ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋਏ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਜੀ ਨੇ ਬੜੀ ਮਹਾਨ ਕਿਰਪਾ ਮਿਹਰਮਤ ਕੀਤੀ ਹੈ। ਜਪ ਬਾਣੀ ਦੀ ਲੜੀਵਾਰ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੋਈ ਹੈ। ਜਿਸੇ ਸਹਿਜੇ ਵਿਚਾਰਨ ਦਾ ਯਤਨ ਆਪਾਂ ਕਰਦੇ ਹਾਂ। ਆਰੰਭਤਾ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੂਲ ਮੰਤਰ ਉਚਾਰਿਆ, ਇੱਕ ਓਅੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ, ਜਿਸ ਦੀ ਵਿਚਾਰ ਆਪਾਂ ਸੰਪੂਰਨ ਕਰ ਚੁੱਕੇ ਹਾਂ ਜੀ। ਆਪ ਸਭਨਾਂ ਨੇ ਸਰਵਣ ਕੀਤੀ ਹੈ। ਇਸ ਤੋਂ ਅੱਗੇ ਜਪ ਬਾਣੀ ਦਾ ਨਾਮ, ਉਹਦੀ ਵੀ ਸੰਖੇਪ ਜਿਹੀ ਵਿਚਾਰ ਆਪਾਂ ਸਾਂਝ ਪਾ ਚੁੱਕੇ ਹਾਂ ਜੀ। ਅੱਜ ਸਤਿਗੁਰਾਂ ਜੀ ਨੇ ਇਸ ਬਾਣੀ ਦੇ ਸਿਰਲੇਖ ਤੋਂ, ਨਾਮ ਤੋਂ ਅੱਗੇ ਜਿਹੜੇ ਬਚਨ ਉਚਾਰਨ ਕੀਤੇ, ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਸ਼ਲੋਕ ਹੈ ਇਸ ਬਾਣੀ ਦਾ ਪਹਿਲਾ ਸ਼ਲੋਕ। ਤੇ ਮੈਂ ਪਿੱਛੇ ਜੇ ਵੀ ਇਹ ਬੇਨਤੀ ਤੁਹਾਡੇ ਨਾਲ ਸਾਂਝ ਪਾਈ ਕਿ ਦੋ ਸ਼ਲੋਕ ਇਸ ਬਾਣੀ ਦੇ ਅੰਦਰ ਹਨ। ਪਹਿਲਾ ਜਿਹੜਾ ਆਪਾਂ ਹੁਣੇ ਪੜ੍ਹਿਆ ਤੇ ਦੂਜਾ ਹੈ ਪਵਨ ਗੁਰੂ ਪਾਣੀ ਪਿਤਾ। ਸਤਿਗੁਰਾਂ ਜੀ ਨੇ ਇਹ ਦੋ ਸ਼ਲੋਕ ਦਰਜ ਕੀਤੇ ਨੇ। ਇਹਦਾ ਥੋੜ੍ਹਾ ਜਿਹਾ ਇਸ਼ਾਰਾ ਸਾਨੂੰ ਬਾਣੀ ਦੇ ਅੰਦਰ ਵੀ ਨਜ਼ਰ ਆ ਜਾਂਦਾ ਹੈ। ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ, ਤੇ 16ਵੀਂ ਅਸ਼ਟਪਦੀ ਤੋਂ ਪਹਿਲਾਂ ਸਤਿਗੁਰਾਂ ਜੀ ਨੇ ਸ਼ਲੋਕ ਸ਼ਬਦ ਪਾ ਕੇ ਅੱਗੇ ਇਸ ਸ਼ਬਦ ਨੂੰ ਦਰਜ ਕੀਤਾ ਹੈ। ਅੱਗੇ ਸਤਿਗੁਰੂ ਜੀ ਲਿਖਦੇ ਨੇ, ਆਦਿ ਸੱਚ ਜੁਗਾਦਿ ਸੱਚ, ਹੈ ਭੈ ਸੱਚ, ਨਾਨਕ ਹੋਸੀ ਭੈ ਸੱਚ। ਉੱਥੇ ਥੋੜ੍ਹਾ ਜਿਹਾ ਫਰਕ ਇਤਨਾ ਕੁ ਹੈ ਕਿ ਉੱਥੇ ਭੀ ਦੀ ਬਜਾਏ ਭੇ ਸ਼ਬਦ ਲਿਖਿਆ ਹੈ। ਸਿਆਰੀ ਬਿਆਰੀ ਦਾ ਫਰਕ ਹੈ ਕੇਵਲ।
ਸਾਨੂੰ ਇਸ ਗੱਲ ਦਾ ਇਸ਼ਾਰਾ ਸਤਿਗੁਰੂ ਜੀ ਦੇ ਰਹੇ ਨੇ ਵੀ ਜਿਹੜਾ ਸ਼ਲੋਕ ਜਪ ਬਾਣੀ ਦੇ ਅੰਦਰ ਪਹਿਲੇ ਦਰਜ ਕੀਤਾ ਹੈ ਉਹੀ ਸ਼ਲੋਕ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਵੀ ਇਹ ਵਰਤਿਆ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਸ਼ਲੋਕ ਦੇ ਅੰਦਰ ਪ੍ਰਮਾਤਮਾ ਦੇ ਪਰਥਾਏ ਪ੍ਰਮਾਤਮਾ ਦੇ ਬਾਬਤ ਸਤਿਗੁਰਾਂ ਨੇ ਵਿਚਾਰ ਸਾਡੇ ਸਨਮੁਖ ਰੱਖੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਦੇ ਨੇ ਆਦ ਸੱਚ। ਆਦ ਦਾ ਅਰਥ ਹੁੰਦਾ ਮੁੱਢ। ਮੁੱਢ ਕਿਸ ਦਾ? ਸ੍ਰਿਸ਼ਟੀ ਦਾ। ਤੇ ਮੈਂ ਇੱਥੇ ਜ਼ਰੂਰੀ ਬੇਨਤੀ ਕਰਦੇ ਆ, ਮੁੱਢ ਪਰਮਾਤਮਾ ਦਾ ਨਹੀਂ, ਆਰੰਭ ਪਰਮਾਤਮਾ ਦਾ ਨਹੀਂ। ਕਿਉਂਕਿ ਇੱਕ ਗੱਲ ਇੱਥੇ ਬੜੀ ਯਾਦ ਰੱਖਣ ਯੋਗ ਹੈ, ਜਿਸ ਵਸਤ ਦਾ ਆਰੰਭ ਹੁੰਦਾ ਉਸ ਵਸਤ ਦਾ ਅੰਤ ਵੀ ਜ਼ਰੂਰ ਹੁੰਦਾ ਹੈ। ਜਿਹੜਾ ਇੱਕ ਸਿਰਾ ਸ਼ੁਰੂ ਹੋਇਆ ਨਾ ਉਹਦਾ ਲਾਸਟਲਾ ਸਿਰਾ, ਲਾਸਟਲਾ ਗੁਰੂ ਸਵਾਰਿਓ ਸਿਰਾ ਵੀ ਜ਼ਰੂਰ ਆਵੇਗਾ। ਇਸ ਕਰਕੇ ਇਹ ਜਿਹੜਾ ਬਚਨ ਹੈ ਆਦ ਸੱਚ, ਆਦ ਦਾ ਅਰਥ ਹੈ ਮੁੱਢ, ਭਾਵ ਕੁਦਰਤ ਦੇ ਮੁੱਢ ਤੋਂ ਵੀ ਪਹਿਲਾਂ। ਇਹ ਅਕਾਲ ਪੁਰਖ ਜੀਓ ਤੁਹਾਡੀ ਹਸਤੀ, ਦਾਤਾਰ ਪਿਤਾ ਜੀਓ ਤੁਹਾਡੀ ਮੂਰਤ, ਤੁਸੀਂ ਇਸ ਸੰਸਾਰ ਦੇ ਉੱਤੇ ਸੁਭਾਏਮਾਨ ਸੋ ਜਦੋਂ ਇਹ ਕੁਦਰਤ ਵੀ ਨਹੀਂ ਸੀ ਪੈਦਾ ਹੋਈ। ਵੈਸੇ ਸਤਿਗੁਰਾਂ ਦੀ ਬਾਣੀ ਨੂੰ ਆਪਾਂ ਜਦੋਂ ਪੜ੍ਹਦੇ ਹਾਂ ਨਾ, ਇੱਕ ਗੱਲ ਬੜੀ ਸਪਸ਼ਟ ਜੀ ਸਾਡੇ ਸਨਮੁਖ ਆ ਜਾਂਦੀ ਹੈ ਵੀ ਪ੍ਰਮਾਤਮਾ ਦੇ ਸੰਬੰਧੀ ਵਿਚਾਰ ਕਰਨੀ, ਪ੍ਰਮਾਤਮਾ ਨੂੰ ਜਾਣਨਾ, ਪ੍ਰਮਾਤਮਾ ਦੇ ਸੰਬੰਧੀ ਆਪਣੇ ਮਨ ਦੇ ਵਿਚਾਰਾਂ ਨੂੰ ਪ੍ਰਗਟ ਕਰਨਾ ਬੜਾ ਕਠਿਨ ਹੈ। ਕਿਉਂਕਿ ਪ੍ਰਮਾਤਮਾ ਬਹੁਤ ਵਿਸ਼ਾਲ ਹੈ, ਬੜਾ ਵੱਡਾ ਹੈ ਤੇ ਸਾਡੀ ਸੋਚ ਦਾ ਦਾਇਰਾ ਬੜਾ ਛੋਟਾ ਹੈ, ਬੜਾ ਛੋਟਾ ਜਿਹਾ ਦਾਇਰਾ ਹੈ। ਸਤਿਗੁਰਾਂ ਨੇ ਤਾਂ ਹੀ ਤੇ ਬਾਣੀ ਵਿੱਚ ਆਖਿਆ, ਸਤਿਗੁਰਾਂ ਨੇ ਆਖਿਆ ਕਹੋ ਕਬੀਰ, ਬਾਬਾ ਕਬੀਰ ਸਾਹਿਬ ਜੀ ਦਾ ਬਚਨ, ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਵੇਂ ਇੱਕ ਗੂੰਗਾ ਮਨੁੱਖ ਉਹਨੇ ਕੋਈ ਮਿੱਠਾ ਖਾਧਾ ਹੋਵੇ ਤੇ ਕੋਈ ਮਨੁੱਖ ਉਹਨੂੰ ਪੁੱਛੇ ਕਿ ਇਹਦਾ ਸਵਾਦ ਕਿਵੇਂ ਦਾ ਏ, ਤੇ ਗੂੰਗਾ ਮਨੁੱਖ ਦੱਸ ਨਹੀਂ ਸਕਦਾ, ਕੇਵਲ ਆਪਣੇ ਹਾਵ ਭਾਵ ਪ੍ਰਗਟ ਕਰ ਸਕਦਾ ਹੈ ਵੀ ਇਹਨੂੰ ਖਾ ਕੇ ਮੈਂ ਬੜਾ ਆਨੰਦਿਤ ਹੋਇਆ, ਮੇਰਾ ਮਨ ਬੜਾ ਪ੍ਰਸੰਨ ਹੋਇਆ। ਕੇਵਲ ਆਪਣੇ ਹਾਵ ਭਾਵ ਪ੍ਰਗਟ ਕਰ ਸਕਦਾ ਹੈ, ਬੋਲ ਕੇ ਦੱਸ ਨਹੀਂ ਸਕਦਾ ਕਿ ਇਹ ਮਿੱਠਾ ਕਿੰਨਾ ਕੁ ਸਵਾਦ ਲਾਏ। ਇਸੇ ਪ੍ਰਕਾਰ ਪਰਮਾਤਮਾ ਨੂੰ ਕੇਵਲ ਆਪਣੇ ਅੰਦਰ ਅਸੀਂ ਮਾਣ ਸਕਦੇ ਹਾਂ, ਪਰਮਾਤਮਾ ਨੂੰ ਆਪਣੇ ਅੰਦਰ ਅਸੀਂ ਪ੍ਰਗਟ ਕਰ ਸਕਦੇ ਹਾਂ, ਪਰਮਾਤਮਾ ਦਾ ਅਨੁਭਵ ਕੀਤਾ ਜਾ ਸਕਦਾ ਹੈ। ਤੇ ਜੇ ਕੋਈ ਬੰਦਾ ਆਖੇ ਵੀ ਪਰਮਾਤਮਾ ਮੇਰੇ ਸਨਮੁਖ ਮੈਨੂੰ ਦਿਖਾ, ਤੇ ਗੁਰੂ ਸਵਾਰਿਓ ਜਾਂ ਫਿਰ ਪਰਮਾਤਮਾ ਬਾਰੇ ਮੈਨੂੰ ਦੱਸ ਕਿੱਡਾ ਕੁ ਵੱਡਾ ਹੈ, ਗੁਰੂ ਸਵਾਰਿਓ ਬੜੀ ਕਠਿਨ ਗਾਥਾ ਹੈ ਪਰਮਾਤਮਾ ਦੀ। ਸਾਡੀ ਤੇ ਹਾਲਤ ਉਹ ਹੈ ਜਿਵੇਂ ਇੱਕ ਮੱਛੀ ਪਾਣੀ ਦੇ ਵਿੱਚ ਹੈ ਨਾ। ਹੁਣ ਮੱਛੀ ਪਾਣੀ ਦੇ ਅੰਦਰ ਹੈ, ਜਿਹੜੀ ਪਾਣੀ ਦੇ ਅੰਦਰ ਮੱਛੀ ਪਲ ਰਹੀ ਹੈ, ਜੀਵਨ ਬਤੀਤ ਕਰ ਰਹੀ ਹੈ, ਉਹ ਮੱਛੀ ਪਾਣੀ ਦੇ ਬਾਹਰ ਆ ਕੇ ਕਦੀ ਨਹੀਂ ਦੱਸ ਸਕਦੀ ਕਿ ਪਾਣੀ ਦਾ ਵਹਾਅ ਕਿਸ ਪਾਸੇ ਜਾ ਰਿਹਾ ਹੈ, ਜਾਂ ਪਾਣੀ ਦਾ ਵਹਾਅ ਕਿੰਨਾ ਕੁ ਤੇਜ਼ ਹੈ, ਜਾਂ ਪਾਣੀ ਜਿਹੜਾ ਹੈ ਇਹ ਕਿੰਨੀ ਕੁ ਸਤਲ ਦੇ ਉੱਤੇ ਸਥਿਤ ਹੈ। ਪਾਣੀ ਦੇ ਸੰਬੰਧੀ ਜਿਹੜੀ ਮੱਛਲੀ ਹੈ ਕੋਈ ਜਾਣਕਾਰੀ ਨਹੀਂ ਦੇ ਸਕਦੀ। ਹਾਂ, ਉਹਦਾ ਆਨੰਦ ਜ਼ਰੂਰ ਮਾਣਦੀ ਪਈ ਹੈ, ਉਹਦੇ ਅੰਦਰ ਹੀ ਉਹਦਾ ਜੀਵਨ ਹੁੰਦਾ, ਉਹਦੇ ਅੰਦਰ ਹੀ ਉਹਦਾ ਖਾਤਮਾ ਹੋ ਜਾਂਦਾ ਹੈ, ਉਹਦੇ ਅੰਦਰ ਹੀ ਉਹ ਪੈਦਾ ਹੁੰਦੀ, ਉਹਦੇ ਅੰਦਰ ਹੀ ਉਹ ਮਰ ਜਾਂਦੀ ਹੈ। ਸਾਡੀ ਹਾਲਤ ਵੀ ਇਨ ਭਿੰਨ ਉੱਚ ਮਛਲੀ ਵਰਗੀ ਹੈ, ਜਿਹੜੀ ਪਾਣੀ ਦੇ ਵਿੱਚ ਹੀ ਪੈਦਾ ਹੋਈ, ਪਾਣੀ ਦੇ ਵਿੱਚ ਹੀ ਮਰ ਗਈ, ਪਰ ਪਾਣੀ ਦੇ ਸੰਬੰਧੀ ਉਹ ਪੂਰਨ ਤੌਰ ਤੇ ਜਾਣਕਾਰੀ ਨਹੀਂ ਦੇ ਸਕਦੀ। ਪਾਣੀ ਦਾ ਅਥਾਹ ਜਿਹੜਾ ਅੰਤ ਜਿਹੜਾ ਉਹ ਪਾ ਨਹੀਂ ਸਕਦੇ। ਅਸੀਂ ਵੀ ਇਸੇ ਪ੍ਰਕਾਰ ਇਸ ਕੁਦਰਤ ਦੇ ਵਿੱਚ ਪੈਦਾ ਹੋਏ ਹਾਂ, ਕੁਦਰਤ ਦੇ ਵਿੱਚ ਹੀ ਜਵਾਨ ਹੋਏ, ਕੁਦਰਤ ਦੇ ਵਿੱਚ ਹੀ ਬੰਦਾ ਬੁੱਢਾ ਹੁੰਦਾ ਹੈ, ਕੁਦਰਤ ਦੇ ਵਿੱਚ ਹੀ ਮਰ ਜਾਂਦਾ ਹੈ। ਪਰ ਜੇ ਬੰਦੇ ਨੂੰ ਕੋਈ ਆਖੇ ਐਡੀ ਵੱਡੀ ਵਿਸ਼ਾਲ ਕੁਦਰਤ ਦਾ ਕੋਈ ਅੰਤ ਜਾਂ ਕੋਈ ਭੇਦ ਜਾਂ ਉਹਦੇ ਬਾਰੇ ਕੋਈ ਗਿਆਨ ਦੱਸ, ਬੰਦਾ ਨਹੀਂ ਦੱਸ ਸਕਦਾ, ਮੱਛੀ ਵਰਗੀ ਹਾਲਤ ਹੋਵੇਗੀ। ਸਤਿਗੁਰਾਂ ਨੇ ਤਾਂ ਹੀ ਆਖਿਆ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ।
ਕੇਵਲ ਸਾਰੇ ਪਾਸੇ ਉਹਨੂੰ ਪਾਣੀ ਹੀ ਪਾਣੀ ਨਜ਼ਰ ਆਉਂਦਾ, ਉਹਦੇ ਵਿੱਚ ਹੀ ਉਹਦਾ ਜੀਵਨ ਹੈ, ਉਹਦੇ ਵਿੱਚ ਹੀ ਮਰ ਜਾਂਦੀ ਏ। ਸਾਡੇ ਸਾਰੇ ਪਾਸੇ ਕੇਵਲ ਕੁਦਰਤ ਦਾ ਪਸਾਰਾ ਹੈ, ਇਹਦੇ ਵਿੱਚ ਹੀ ਸਾਡਾ ਜਨਮ ਤੇ ਇਹਦੇ ਵਿੱਚ ਹੀ ਸਾਡੀ ਸਮਾਪਤੀ ਹੋ ਜਾਂਦੀ ਹੈ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੈ ਤਾਂ ਤੁਝੈ ਸੰਮਾਲੀ। ਤੂੰ ਭਰਪੂਰ ਜਾਣਿਆ ਮੈਂ ਜੂ ਦੂਰ, ਜੋ ਕਿਛ ਕਰੀ ਸੋ ਤੇਰੇ ਹਦੂਰ। ਮਛਲੀ ਪਰਮਾਤਮਾ ਖਿਮਾ ਕਰਿਆ, ਜੇ ਮਛਲੀ ਪਾਣੀ ਦਾ ਅੰਤ ਨਹੀਂ ਪਾ ਸਕਦੀ, ਅਸੀਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਪਰ ਸਾਡੇ ਅੰਦਰ ਇੱਕ ਜਗਿਆਸਾ ਪੈਦਾ ਹੁੰਦੀ ਹੈ। ਮਨੁੱਖ ਦੇ ਅੰਦਰ ਇੱਕ ਮਾਈਂਡ ਜਿਹੜਾ, ਇਹਦਾ ਮਨ ਜਿਹੜਾ, ਇਹਦੇ ਅੰਦਰ ਹਮੇਸ਼ਾ ਇੱਕ ਜਗਿਆਸਾ ਪੈਦਾ ਰਹਿੰਦੀ ਹੈ। ਇਹ ਜਗਿਆਸਾ ਹੁੰਦੀ ਹੈ ਪਤਾ ਕਰਨ ਦੀ, ਖੋਜ ਕਰਨ ਦੀ, ਆਪਣੇ ਆਪ ਬਾਰੇ, ਕੁਦਰਤ ਬਾਰੇ, ਸੰਸਾਰ ਬਾਰੇ ਜਾਣਨ ਦੀ। ਸਾਡੇ ਅੰਦਰ ਇਹ ਪ੍ਰਬਲ ਇੱਛਾ ਬਣੀ ਰਹਿੰਦੀ ਹੈ, ਕਿਸੇ ਨਾ ਕਿਸੇ ਬਾਰੇ ਕੁਝ ਨਾ ਕੁਝ ਜਾਣਿਆ ਜਾਵੇ। ਇਸੇ ਪ੍ਰਕਾਰ ਮਨ ਦੀ ਇੱਕ ਇੱਛਾ ਹੈ, ਮੈਂ ਕੁਦਰਤ ਬਾਰੇ, ਮੈਂ ਪਰਮਾਤਮਾ ਬਾਰੇ ਕੁਝ ਜਾਣ ਸਕਾਂ, ਉਹਦੇ ਕੁਝ ਭੇਦ ਜਾਣ ਸਕਾਂ, ਉਹਦੇ ਬਾਰੇ ਕੋਈ ਨਾ ਕੋਈ ਜਾਣਕਾਰੀ ਮੈਨੂੰ ਪ੍ਰਾਪਤ ਹੋ ਸਕੇ। ਜਿਵੇਂ ਇਨਸਾਨ ਨੇ ਆਪਣੇ ਭੇਦ ਲੱਭਣ ਦਾ ਯਤਨ ਕੀਤਾ, ਜਿਵੇਂ ਆਦਿ ਵਿਗਿਆਨੀ ਜਿਹੜੇ ਨੇ, ਜੀਵ ਵਿਗਿਆਨੀ ਜਿਹੜੇ ਨੇ, ਉਹਨਾਂ ਨੇ ਇਸ ਗੱਲ ਦੀ ਖੋਜ ਕੀਤੀ ਕਿ ਮਨੁੱਖ ਪਹਿਲਾਂ ਆਦਿ ਮਾਨਵ ਸੀ, ਕਿਵੇਂ ਇਹ ਆਦਿ ਮਾਨਵ ਬਣਿਆ, ਆਦਿ ਮਾਨਵ ਤੋਂ ਬਾਅਦ ਕਿਵੇਂ ਇਹਨੇ ਵਿਕਾਸ ਕਰਨਾ ਸ਼ੁਰੂ ਕੀਤਾ। ਅੱਗ ਦੀ ਖੋਜ ਕੀਤੀ, ਉਹਦੇ ਉੱਤੇ ਭੋਜਨ ਪਕਾਉਣਾ ਸ਼ੁਰੂ ਕੀਤਾ। ਫਿਰ ਇਹਨੇ ਆਹਿਸਤਾ ਆਹਿਸਤਾ ਆਪਣੇ ਤਨ ਨੂੰ ਢੱਕਣਾ ਸ਼ੁਰੂ ਕੀਤਾ। ਤਨ ਢੱਕਣ ਤੋਂ ਬਾਅਦ ਛੋਟੇ ਛੋਟੇ ਝੌਂਪੜੀਆਂ ਦੇ ਵਿੱਚ, ਝੁੱਗੀਆਂ ਦੇ ਵਿੱਚ, ਜਾਂ ਫਿਰ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਰਹਿਣਾ ਸ਼ੁਰੂ ਕੀਤਾ। ਕਿਵੇਂ ਇਹ ਵਿਕਾਸ ਕਰਦਾ ਕਰਦਾ ਛੋਟੇ ਛੋਟੇ ਕੱਚੇ ਘਰਾਂ ਦੇ ਵਿੱਚ ਆਇਆ। ਕੱਚੇ ਘਰਾਂ ਤੋਂ ਬਾਅਦ ਅੱਜ ਵੱਡੇ ਵੱਡੇ ਮਹਿਲਾਂ ਦੇ ਵਿੱਚ ਰਹਿ ਰਿਹਾ। ਇਹ ਸਾਰੀ ਖੋਜ ਇਨਸਾਨ ਨੇ ਕੀਤੀ। ਪਰ ਜੇ ਬੰਦਾ ਆਖੇ ਮੈਂ ਕੁਦਰਤ ਬਾਰੇ ਵੀ ਇਵੇਂ ਜਾਣ ਲਵਾਂ, ਤੇ ਖਿਮਾ ਕਰਿਆ, ਜੇ ਕੁਦਰਤ ਬਾਰੇ ਇਸ ਪ੍ਰਕਾਰ ਬੰਦਾ ਕਦੀ ਵੀ ਕੁਦਰਤ ਦਾ ਅੰਤ ਨਹੀਂ ਪਾ ਸਕਦਾ, ਕਦੀ ਵੀ ਜਾਣ ਨਹੀਂ ਸਕਦਾ। ਸਤਿਗੁਰਾਂ ਨੇ ਤੇ ਬਾਣੀ ਦੇ ਵਿੱਚ ਬੜੇ ਕਮਾਲ ਦੇ ਬਚਨ ਆਖੇ। ਸਤਿਗੁਰਾਂ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਵੀ ਕੁਝ ਨਹੀਂ ਜਾਣਦਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਨਹੀਂ ਦਤਾਰ ਪਿਤਾ, ਮੈਂ ਨਹੀਂ ਜਾਣ ਸਕਦਾ। ਮੇਰੀ ਛੋਟੀ ਜੀ ਮੱਤ ਜਿਹੜੀ ਏ, ਇਹ ਛੋਟੀ ਜੀ ਮੱਤ ਤੇਰਾ ਅੰਤ ਨਹੀਂ ਪਾ ਸਕਦੀ। ਇਨਸਾਨ ਨੇ ਇਸ ਕੁਦਰਤ ਬਾਰੇ ਬੜੀਆਂ ਜਾਣਕਾਰੀਆਂ ਹਾਸਲ ਵੀ ਕੀਤੀਆਂ। ਇਨਸਾਨ ਦੇ ਅੰਦਰ ਇਹ ਇੱਛਾ ਪੈਦਾ ਹੋਈ, ਮੈਂ ਵੀ ਤੇ ਸੋਚਾਂ, ਮੈਂ ਵੀ ਤੇ ਵੇਖਾਂ ਕਿੱਥੋਂ, ਕਦੋਂ ਤੇ ਕਿਵੇਂ ਇਹ ਜਿਹੜੀ ਕੁਦਰਤ ਪੈਦਾ ਹੋਈ ਹੋਵੇਗੀ। ਕਦੋਂ ਪਰਮਾਤਮਾ ਨੇ ਇਸ ਕੁਦਰਤ ਨੂੰ ਰਚਿਆ ਹੋਵੇਗਾ, ਕਦੋਂ ਪਰਮਾਤਮਾ ਨੇ ਇਸ ਕੁਦਰਤ ਦੇ ਵਿੱਚ ਇਹ ਸਾਰੇ ਪਸਾਰੇ ਨੂੰ ਖਿਲਾਰਿਆ ਹੋਵੇਗਾ। ਪਰ ਬਾਣੀ ਦੇ ਵਿੱਚ, ਜਪ ਬਾਣੀ ਪੜ੍ਹ ਕੇ ਵੇਖ ਲਵੋ, ਸਤਿਗੁਰਾਂ ਜੀ ਨੇ ਬਾਣੀ ਦੇ ਵਿੱਚ ਇਹ ਬਚਨ ਕਹੇ ਕਿ ਬੰਦਿਆ, ਇਸ ਕੁਦਰਤ ਬਾਰੇ ਵੱਡੇ ਵੱਡੇ ਰਿਸ਼ੀ ਮੁਨੀ ਜੋਗੀ ਜਪੀ ਤਪੀਸਰ ਬੜੇ ਸੰਸਾਰ ਦੇ ਉੱਤੇ ਆਏ, ਜਿਹੜੇ ਇਸ ਪਾਸੇ ਤੁਰੇ ਵੀ ਆਪਾਂ ਕੁਦਰਤ ਦਾ ਅੰਤ ਪਾਉਣਾ, ਕੁਦਰਤ ਦਾ ਆਦ ਲੱਭਣਾ, ਕੁਦਰਤ ਦਾ ਅੰਤ ਲੱਭਣਾ, ਪਰਮਾਤਮਾ ਦਾ ਆਦ ਤੇ ਪਰਮਾਤਮਾ ਦਾ ਅੰਤ ਲੱਭਣਾ, ਪਰ ਉਹ ਵੀ ਲੱਭ ਨਹੀਂ ਸਕੇ। ਆਪਾਂ ਜਪ ਬਾਣੀ ਦੇ ਅੰਦਰ ਹੀ ਪੜ੍ਹਦੇ ਆ ਨਾ, ਥਿਤ ਵਾਰਨਾ ਜੋਗੀ ਜਾਣੈ, ਕਿਹੜੀ ਉਹ ਥਿਤ ਸੀ, ਕਿਹੜੀ ਉਹ ਤਾਰੀਖ ਸੀ, ਕਿਹੜਾ ਉਹ ਦਿਨ ਸੀ, ਕਿਹੜਾ ਉਹ ਮਹੂਰਤ ਸੀ, ਕਿਹੜਾ ਉਹ ਸਮਾਂ ਸੀ ਜਦੋਂ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਰਚਿਆ। ਥਿਤ ਵਾਰਨਾ ਜੋਗੀ ਜਾਣੈ, ਰੁੱਤ ਮਹੁ ਨਾ ਕੋਈ, ਰੁੱਤ ਮਹ ਨਾ ਕੋਈ, ਜਾਂ ਕਰਤਾ ਸ੍ਰਿਠੀ ਕੋ ਸਾਜੇ। ਸਤਿਗੁਰੂ ਜੀ ਆਖਦੇ ਨੇ, ਨਾ ਕੋਈ ਮਹੀਨਾ ਕਿਸੇ ਨੂੰ ਪਤਾ ਏ, ਨਾ ਕੋਈ ਦਿਨ ਕਿਸੇ ਨੂੰ ਪਤਾ ਏ, ਨਾ ਸਮਾਂ ਕੋਈ ਪਤਾ ਏ, ਨਾ ਜੋਗੀਆਂ ਨੂੰ, ਨਾ ਜਪੀਆਂ ਨੂੰ, ਨਾ ਤਪੀਸਰਾਂ ਨੂੰ, ਨਾ ਹੀ ਕਿਸੇ ਵਿਦਵਾਨਾਂ ਪੰਡਤਾਂ ਨੂੰ, ਕਿਸੇ ਨੂੰ ਕਿਸੇ ਗੱਲ ਦਾ ਪ੍ਰਮਾਤਮਾ ਦੇ ਭੇਦ ਜਾਂ ਕੁਦਰਤ ਦਾ ਭੇਦ ਨਹੀਂ ਪਤਾ। ਮੈਂ ਫਿਰ ਬਚਨ ਦੁਹਰਾਦਿਆਂ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹ ਨਾ ਕੋਈ, ਜਾਂ ਕਰਤਾ ਸ੍ਰਿਠੀ ਕੋ ਸਾਜੇ। ਬਸ ਇੱਕ ਗੱਲ ਕਹਿਣੀ ਬਣਦੀ ਏ, ਜਾਂ ਕਰਤਾ ਸ੍ਰਿਠੀ ਕੋ ਸਾਜੇ, ਆਪੇ ਜਾਣੈ ਸੋਈ। ਕਦੋਂ ਬਣੀ, ਕਿੱਥੇ ਬਣੀ, ਕਿਵੇਂ ਬਣੀ,
ਕਦੋਂ ਪਰਮਾਤਮਾ ਨੇ ਇਹ ਸਾਰਾ ਪਸਾਰਾ ਸ਼ੁਰੂ ਕੀਤਾ? ਇਹ ਕੇਵਲ ਨਿਰੰਕਾਰ ਆਪ ਹੀ ਆਪਣੇ ਭੇਦ ਨੂੰ ਜਾਣਦਾ ਹੈ। ਉਹਦੇ ਇਹਨਾਂ ਭੇਦਾਂ ਨੂੰ ਨਾ ਦੁਨੀਆ ਨੇ ਕਦੀ ਜਾਣਿਆ ਤੇ ਸੱਚ ਜਾਣਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਦਰਤ ਦੇ ਇਹਨਾਂ ਭੇਦਾਂ ਨੂੰ, ਪਰਮਾਤਮਾ ਦੇ ਭੇਦਾਂ ਨੂੰ ਇਨਸਾਨ ਜਾਣ ਨਹੀਂ ਸਕੇਗਾ। ਭਾਵੇਂ ਦੀ ਇਨਸਾਨ ਨੇ ਬਹੁਤ ਕੁਝ ਖੋਜ ਲਿਆ। ਕਿਸੇ ਨੇ ਆਖਿਆ ਜੀ ਜਦੋਂ ਕੁਦਰਤ ਦੀ ਗੱਲ ਚੱਲਦੀ ਏ, ਕਿਸੇ ਨੇ ਆਖਿਆ ਪਰਮਾਤਮਾ ਨੇ ਕੁਨ ਸ਼ਬਦ ਕਿਹਾ ਤੇ ਕੁਦਰਤ ਹੋਂਦ ਵਿੱਚ ਆ ਗਈ। ਕੁਨ ਦਾ ਅਰਥ ਐਸੇ ਹੁੰਦਾ ਹੈ ਹੋ ਜਾ, ਵੀ ਪਰਮਾਤਮਾ ਨੇ ਆਖਿਆ ਸ੍ਰਿਸ਼ਟੀ ਨੂੰ ਹੁਕਮ ਕੀਤਾ ਹੋ ਜਾ ਤੇ ਇੱਕਦਮ ਸਾਰਾ ਪਸਾਰਾ ਹੋ ਗਿਆ। ਇਹ ਸਾਰੇ ਆਪਣੇ ਆਪਣੇ ਕਿਆਸ ਨੇ। ਕਿਸੇ ਨੇ ਕੁਝ ਆਖਿਆ, ਕਿਸੇ ਨੇ ਜਿਵੇਂ ਕੋਈ ਇਨਸਾਨ ਆਪਣੇ ਤਰੀਕੇ ਦੇ ਨਾਲ, ਆਪਣੀ ਸੋਚ ਦੇ ਨਾਲ ਕੋਈ ਅੰਦਾਜ਼ਾ ਲਾਉਂਦਾ ਹੈ, ਉਵੇਂ ਦੇ ਅੰਦਾਜ਼ੇ ਲਾਏ ਗਏ। ਪਰ ਇਸ ਦੇ ਬਾਬਤ, ਸ੍ਰਿਸ਼ਟੀ ਦੇ ਬਾਬਤ ਪੱਕੇ ਤੌਰ ਤੇ ਸਬੂਤ, ਐਵੀਡੈਂਸ ਕਿਸੇ ਕੋਲ ਨਹੀਂ ਕਿ ਇਸ ਸ੍ਰਿਸ਼ਟੀ ਦੀ ਰਚਨਾ ਕਦੋਂ, ਕਿੱਥੇ ਤੇ ਪ੍ਰਮਾਤਮਾ ਨੇ ਕਿਵੇਂ ਕਰਨਾ ਕੀਤੀ ਹੈ। ਕਿਸੇ ਕੋਲ ਐਵੀਡੈਂਸ ਨਹੀਂ। ਸਤਿਗੁਰਾਂ ਦੇ ਜਪ ਬਾਣੀ ਦੇ ਵਿੱਚ ਹੀ ਬਚਨ ਆਪਾਂ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ। ਕਿ ਇਹ ਬੰਦਿਆ, ਇਹ ਗੱਲ ਜ਼ਰੂਰ ਹੈ ਵੀ ਪ੍ਰਮਾਤਮਾ ਨੇ ਆਪਣੇ ਹੁਕਮ ਦੇ ਅੰਦਰ, ਆਪਣੀ ਰਜ਼ਾ ਦੇ ਅੰਦਰ ਇਹ ਸਾਰਾ ਕੁਝ ਚਲਾਇਆ ਏ। ਹੁਕਮੀ ਹੋਵਨ ਆਕਾਰ, ਧਰਤੀ, ਆਕਾਸ਼, ਜਲ, ਪਾਣੀ, ਜੋ ਕੁਝ ਤੈਨੂੰ ਨਜ਼ਰ ਆਉਂਦਾ ਹੈ ਸਭ ਪ੍ਰਮਾਤਮਾ ਨੇ ਆਪਣੇ ਹੁਕਮ ਵਿੱਚ ਬਣਾਇਆ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਇੱਕ ਵਚਨ ਪੜ੍ਹਦੇ ਹਾਂ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਸਾਰਾ ਕੁਝ ਭੈ ਦੇ ਵਿੱਚ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਬਣਿਆ ਤੇ ਚੱਲਦਾ ਵੀ ਪਿਆ ਏ। ਮੇਰੇ ਕਹਿਣ ਦਾ ਭਾਵ, ਜਿਹੜਾ ਆਦ ਸੱਚ ਸ਼ਬਦ ਹੈ ਨਾ, ਸਤਿਗੁਰੂ ਜੀ ਕਹਿ ਰਹੇ ਨੇ ਪਰਮਾਤਮਾ ਇਸ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੱਚ ਸੀ। ਜਦੋਂ ਇਹ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਆਈ, ਉਦੋਂ ਵੀ ਪਰਮਾਤਮਾ ਸੁਭਾਏਮਾਨ ਸੀ। ਸੁਭਾਏਮਾਨ ਸੀ ਤੇ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ। ਜੇ ਸੁਭਾਏਮਾਨ ਹੀ ਨਾ ਹੁੰਦਾ ਤੇ ਸ੍ਰਿਸ਼ਟੀ ਕੌਣ ਬਣਾਉਂਦਾ? ਬੜੀ ਵਿਚਾਰਨ ਵਾਲੀ ਗੱਲ ਹੈ, ਬੜੀ ਸੋਚ ਵਾਲੀ ਗੱਲ ਹੈ। ਸਤਿਗੁਰੂ ਜੀ ਕਹਿ ਰਹੇ ਨੇ ਪ੍ਰਮਾਤਮਾ ਆਦ ਸੱਚ ਹੈ। ਪ੍ਰਮਾਤਮਾ ਸ੍ਰਿਸ਼ਟੀ ਤੋਂ ਵੀ ਪਹਿਲਾਂ ਸੁਭਾਏਮਾਨ ਸੀ। ਬਾਣੀ ਦੇ ਵਿੱਚ ਇਹਦੇ ਪਰਥਾਏ ਵੀ ਇੱਕ ਬਚਨ ਆਉਂਦਾ ਹੈ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ, ਨਿਰਗੁਣ ਤੇ ਸਰਗੁਣ। ਨਿਰਗੁਣ ਦਾ ਅਰਥ ਹੁੰਦਾ ਹੈ ਜਿਹਦਾ ਸਰੂਪ ਕੋਈ ਨਾ ਹੋਵੇ, ਤੇ ਸਰਗੁਣ ਦਾ ਅਰਥ ਹੁੰਦਾ ਜਿਹਦਾ ਸਰੂਪ ਹੋਵੇ। ਇਹ ਪਰਮਾਤਮਾ ਦੇ ਪਰਥਾਏ ਹੈ। ਸਤਿਗੁਰੂ ਜੀ ਕਹਿ ਰਹੇ ਨੇ ਪ੍ਰਮਾਤਮਾ ਨਿਰਗੁਣ ਸਰੂਪ ਵੀ ਹੈ ਤੇ ਸਰਗੁਣ ਸਰੂਪ ਵੀ ਹੈ। ਕਿਵੇਂ? ਜਿਵੇਂ ਇੱਕ ਫੁੱਲ ਤੇ ਫੁੱਲ ਦੀ ਮਹਿਕ ਹੁੰਦੀ ਹੈ। ਕੋਈ ਇਨਸਾਨ ਜਿਹੜਾ ਹੈ ਫੁੱਲ ਦੇ ਬਿਲਕੁਲ ਨਜ਼ਦੀਕ ਚਲਿਆ ਜਾਵੇ ਤੇ ਫੁੱਲ ਦੀ ਜਿਹੜੀ ਇਹ ਮਹਿਕ ਨੂੰ ਆਪਣੇ ਨਾਸਕਾਂ ਦੇ ਨਾਲ ਅੰਤਰ ਤੱਕ ਲੈ ਕੇ ਜਾਂਦਾ ਹੈ ਤੇ ਬੜਾ ਆਨੰਦਿਤ ਹੋ ਜਾਂਦਾ ਹੈ। ਤੇ ਆਨੰਦਿਤ ਹੋ ਕੇ ਜੇ ਕੋਈ ਇਨਸਾਨ ਦੂਰ ਉਹਦਾ ਮਿੱਤਰ ਖਲੋਤਾ ਹੋਵੇ ਤੇ ਉਹਨੂੰ ਆ ਕੇ ਕਵੇ ਵੀ ਉਹ ਜਿਹੜਾ ਦੂਰ ਫੁੱਲ ਨਜ਼ਰ ਆ ਰਿਹਾ ਹੈ ਨਾ, ਉਹਦੀ ਮਹਿਕ ਬੜੀ ਕਮਾਲ ਦੀ ਏ, ਉਹ ਆਖੇਗਾ ਹਾਂ ਮੈਨੂੰ ਫੁੱਲ ਤੇ ਬੜਾ ਵਧੀਆ ਨਜ਼ਰ ਆ ਰਿਹਾ, ਬੜਾ ਸੋਹਣਾ ਨਜ਼ਰ ਆ ਰਿਹਾ ਹੈ, ਪਰ ਉਹਦੀ ਮਹਿਕ ਨਜ਼ਰ ਨਹੀਂ ਆਉਂਦੀ। ਗੁਰੂ ਸਵਾਰਿਓ, ਮਹਿਕ ਦਾ ਕੋਈ ਆਕਾਰ ਨਹੀਂ ਹੁੰਦਾ, ਮਹਿਕ ਦੀ ਕੋਈ ਤਸਵੀਰ ਨਹੀਂ ਹੁੰਦੀ। ਸੱਚ ਜਾਣਿਆ, ਜੇ ਮਹਿਕ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ, ਆਨੰਦ ਮਾਣਿਆ ਜਾ ਸਕਦਾ। ਪਰਮਾਤਮਾ ਵੀ ਐਵੇਂ ਹੈ। ਪਰਮਾਤਮਾ ਦਾ ਕੋਈ ਆਦ ਨਹੀਂ, ਕੋਈ ਅੰਤ ਨਹੀਂ। ਪਰਮਾਤਮਾ ਨੂੰ ਕੇਵਲ ਆਨੰਦਿਤ ਕੀਤਾ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ, ਉਹਦੀ ਕੋਈ ਤਸਵੀਰ ਨਹੀਂ। ਮੈਂ ਇੱਥੋਂ ਤੱਕ ਬੇਨਤੀ ਕਰਦੇ ਹਾਂ, ਜਿਹੜੀਆਂ ਤਸਵੀਰਾਂ ਅਸੀਂ ਬਣਾ ਕੇ ਬੈਠੇ ਹਾਂ, ਇਹਨਾਂ ਦਾ ਆਦ ਵੀ ਹੈ ਤੇ ਇਹਨਾਂ ਦਾ ਅੰਤ ਵੀ ਹੈ। ਇਹ ਪਰਮਾਤਮਾ ਨਹੀਂ ਜਿਨ੍ਹਾਂ ਦੀ ਪੂਜਾ ਅਸੀਂ ਕਰਦੇ ਪਏ ਹਾਂ। ਪਰਮਾਤਮਾ ਤੇ ਕੇਵਲ ਮਹਿਸੂਸ ਕਰਨ ਵਾਲਾ ਹੈ, ਪਰਮਾਤਮਾ ਤੇ ਕੇਵਲ ਅਨੁਭਵ ਕਰਨ ਵਾਲਾ ਹੈ। ਸਤਿਗੁਰੂ ਜੀ ਆਖਦੇ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਸਤਿਗੁਰੂ ਜੀ ਆਖਦੇ ਨੇ ਇਹ ਜਿੰਨੀ ਵੀ ਸ੍ਰਿਸ਼ਟੀ ਪਰਮਾਤਮਾ ਨੇ ਰਚੀ, ਨਿਰਗੁਣ ਤੇ ਸਰਗੁਣ ਸਰੂਪ ਦੇ ਅੰਦਰ ਰਚਨਾ ਕੀਤੀ ਹੈ। ਪਰਮਾਤਮਾ ਆਪ ਵੀ ਐਵੇਂ ਦਾ ਨਿਰਗੁਣ ਤੇ ਸਰਗੁਣ, ਉਹਦਾ ਰੂਪ ਹੈ ਵੀ ਹੈ ਤੇ ਉਹਦਾ ਰੂਪ ਨਹੀਂ ਵੀ।
ਸਤਿਗੁਰੂ ਜੀ ਸੋ ਕਹਿ ਰਹੇ ਨੇ ਕਿ ਆਦ ਸੱਚ ਹੈ ਅਕਾਲ ਪੁਰਖ ਜੀਓ, ਤੁਸੀਂ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੁਭਾਏਮਾਨ। ਸੋ ਅਗਲਾ ਬਚਨ ਨੇ ਜੁਗਾਦ ਸੱਚ। ਜੁਗਾਦ ਦਾ ਅਰਥ ਹੁੰਦਾ ਸਮਾਂ। ਸੱਚੇ ਪਾਤਸ਼ਾਹ ਜੀ ਆਹ ਜਿਹੜਾ ਸਮਾਂ ਚੱਲਦਾ ਪਿਆ, ਪ੍ਰੈਜ਼ੈਂਟ ਕਾਲ ਚੱਲਦਾ ਪਿਆ, ਇਸ ਪ੍ਰੈਜ਼ੈਂਟ ਕਾਲ ਦੇ ਵਿੱਚ ਵੀ ਹੋ। ਇਹ ਨਹੀਂ ਕਿ ਸ੍ਰਿਸ਼ਟੀ ਬਣਾ ਕੇ ਤੁਸੀਂ ਤੁਰ ਗਏ, ਤੁਸੀਂ ਇਸ ਸ੍ਰਿਸ਼ਟੀ ਤੋਂ ਵੱਖਰੇ ਹੋ ਗਏ, ਨਹੀਂ। ਆਹ ਜਿਹੜਾ ਜੁਗਾਦ ਸਮਾਂ ਚੱਲਦਾ ਪਿਆ, ਜਿਸ ਸਮੇਂ ਨੂੰ ਇਨਸਾਨਾਂ ਨੇ ਦਿਨਾਂ ਦੇ ਵਿੱਚ, ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ, ਸਾਲਾਂ ਦੇ ਵਿੱਚ, ਘੰਟਿਆਂ ਦੇ ਵਿੱਚ, ਗੁਰੂ ਸਵਾਰਿਓ ਮਿੰਟਾਂ ਸਕਿੰਟਾਂ ਦੇ ਅੰਦਰ ਵੰਡਿਆ ਹੋਇਆ ਏ। ਇਸ ਸਮੇਂ ਦੇ ਅੰਦਰ ਵੀ ਪਰਮਾਤਮਾ ਪ੍ਰੈਜ਼ੈਂਟਲੀ ਚੱਲਦਾ ਪਿਆ, ਸਾਡੇ ਨਾਲ ਚੱਲਦਾ ਪਿਆ। ਇਸ ਪ੍ਰੈਜ਼ੈਂਟ ਸਮੇਂ ਦੇ ਅੰਦਰ ਵੀ ਪਰਮਾਤਮਾ ਕਿਤੇ ਗਿਆ ਨਹੀਂ, ਉਹ ਅੱਜ ਵੀ ਹੈ। ਇੱਕ ਬਚਨ ਪੜ੍ਹਦੇ ਆ ਨਾ ਆਪਾਂ, ਸਰਬ ਜੋਤ ਤੇਰੀ ਪਸਰ ਰਹੀ, ਅਜੇ ਵੀ ਪਸਰਦੀ ਪਈ ਹੈ, ਅਜੇ ਵੀ ਤੇਰੀ ਜੋਤ ਜਗਦੀ ਪਈ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਅਜੇ ਵੀ ਤੇਰੀ ਜੋਤ ਸਾਰਿਆਂ ਦੇ ਅੰਦਰ ਲੱਭ ਰਹੀ ਹੈ। ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਨ ਹਾਰ ਜੀਓ। ਇਹ ਅਕਾਲ ਪੁਰਖ ਜੀਓ ਤੂੰ ਸਾਰੇ ਸਮਿਆਂ ਦੇ ਅੰਦਰ ਨਿਰੰਤਰ ਵਰਤਦਾ ਪਿਆ ਏ। ਜੁਗਾਦ ਸੱਚ, ਇਹ ਜਿਹੜਾ ਪ੍ਰੈਜ਼ੈਂਟ ਸਮਾਂ ਚੱਲਦਾ ਪਿਆ, ਇਹਦੇ ਅੰਦਰ ਵੀ ਤੁਸੀਂ ਸੁਭਾਏਮਾਨ ਹੋ। ਅਗਲਾ ਬਚਨ ਆਉਂਦਾ ਨਾਨਕ ਹੋਸੀ ਵੀ ਸੱਚ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਤੁਸੀਂ ਹੁਣ ਵੀ ਸੱਚ ਹੋ। ਦਾਤਾਰ ਪਿਤਾ ਜੀਓ ਤੁਸੀਂ ਕਿਤੇ ਖਤਮ ਨਹੀਂ ਹੋਏ, ਤੁਸੀਂ ਕਿਤੇ ਗਏ ਕੋਈ ਨਹੀਂ। ਹੈ ਵੀ ਸੱਚ, ਤੁਸੀਂ ਹੁਣ ਵੀ ਸੱਚ ਹੋ। ਤੇ ਅਖੀਰਲਾ ਬਚਨ ਸਤਿਗੁਰੂ ਜੀ ਆਖਦੇ ਨੇ ਨਾਨਕ ਹੋਸੀ ਵੀ ਸੱਚ। ਇਹ ਅਕਾਲ ਪੁਰਖ ਜੀਓ ਤੁਸੀਂ ਇਹ ਜਦੋਂ ਸਾਰਾ ਪਸਾਰਾ ਖਤਮ ਹੋ ਜਾਣਾ, ਮੁੱਕ ਜਾਣਾ, ਸਾਰੀ ਸ੍ਰਿਸ਼ਟੀ ਸਿਮਟ ਜਾਵੇਗੀ, ਉਦੋਂ ਵੀ ਤੁਸੀਂ ਦਾਤਾਰ ਪਿਤਾ ਸੁਭਾਏਮਾਨ ਸੱਚ ਹੋਵੋਗੇ। ਉਦੋਂ ਤੁਸੀਂ ਇਸ ਸ੍ਰਿਸ਼ਟੀ ਦੇ ਨਾਲ ਮੁੱਕ ਨਹੀਂ ਜਾਣਾ। ਜਿਹਨੂੰ ਆਪਾਂ ਮੂਲ ਮੰਤਰ ਵਿੱਚ ਵੀ ਪੜ੍ਹਿਆ ਸੀ ਨਾ, ਅਕਾਲ ਮੂਰਤ, ਭਾਵ ਸਮੇਂ ਦਾ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ। ਸਾਰੀ ਦੁਨੀਆ ਮੁੱਕ ਜਾਵੇਗੀ, ਰੱਬ ਨਹੀਂ ਜੇ ਮੁੱਕਣ ਵਾਲਾ। ਸਾਰੀ ਦੁਨੀਆ ਖਤਮ ਹੋ ਜਾਵੇਗੀ, ਰੱਬ ਨਹੀਂ ਖਤਮ ਹੋਣ ਲੱਗਾ। ਹੁਣ ਜ਼ਾਹਰ ਜੀ ਗੱਲ ਏ, ਜਿਹੜਾ ਪਰਮਾਤਮਾ ਆਦ ਵੀ ਸੱਚ ਏ, ਜੁਗਾਦ ਸੱਚ, ਨਾਨਕ ਜੁਗਾਦ ਸੱਚ, ਹੈ ਵੀ ਸੱਚ, ਤੇ ਨਾਨਕ ਹੋਸੀ ਵੀ ਸੱਚ ਜਿਹੜਾ ਰਹਿਣ ਵਾਲਾ ਏ। ਤੇ ਜ਼ਾਹਰ ਜੀ ਗੱਲ ਇਨਸਾਨ ਦੇ ਹਿਰਦੇ ਦੇ ਵਿੱਚ ਜ਼ਰੂਰ ਸਵਾਲ ਪੈਦਾ ਹੋਵੇਗਾ ਵੀ ਐਸਾ ਪਰਮਾਤਮਾ ਫਿਰ ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ, ਮੈਨੂੰ ਵਿਖਾਓ ਤੇ ਸਹੀ ਐਸਾ ਪਰਮਾਤਮਾ ਜਿਹੜਾ ਜੁਗਾਂ ਜੁਗੰਤਰਾਂ ਤੋਂ ਸੁਭਾਏਮਾਨ ਏ, ਜਿਹੜਾ ਸਦੀਵੀ ਕਾਲੀ ਸੱਚ, ਮੈਨੂੰ ਵਿਖਾਓ ਤੇ ਸਹੀ। ਪਰ ਐਸੇ ਪ੍ਰਮਾਤਮਾ ਨੂੰ ਆਪਾਂ ਵੇਖ ਨਹੀਂ ਸਕਦੇ। ਮੈਂ ਬਾਰ-ਬਾਰ ਬੇਨਤੀ ਕਰਦਾ ਪਿਆ, ਕਿਉਂਕਿ ਬਾਣੀ ਨੇ ਇਹ ਸਪਸ਼ਟ ਬਚਨ ਆਖਿਆ, ਰੂਪ ਨਾ ਰੰਗ ਨਾ ਰੇਖ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਹਾਂ, ਨਜ਼ਰੀ ਆਉਂਦਾ ਏ, ਜ਼ਰੂਰ ਮਿਲਦਾ ਏ, ਪਰ ਉਹਨੂੰ ਮਿਲਦਾ ਏ ਜਿਹਦੇ ਉੱਤੇ ਅਪਾਰ ਬਖਸ਼ਿਸ਼ਾਂ ਨਾਮ ਦੀਆਂ ਮਹਿਰਮਤਾਂ ਵਰਤਦੀਆਂ ਨੇ, ਜਿਹਦੇ ਹਿਰਦੇ ਦੇ ਅੰਦਰ। ਬੰਦਾ ਐਵੇਂ ਸਵਾਲ ਕਰੀ ਜਾਂਦਾ, ਮੈਨੂੰ ਵਿਖਾਓ ਤੇ ਸਹੀ, ਮੈਨੂੰ ਵਿਖਾਓ ਤੇ ਸਹੀ। ਇੱਕ ਗਾਥਾ ਵੀ ਮੈਂ ਕਹਾਣੀ ਕੇਵਲ ਸਮਝਾਉਣ ਮਾਤਰ ਲਈ, ਇਹ ਸੱਚ ਨਹੀਂ, ਤਾਂ ਜੋ ਵਿਚਾਰ ਸਮਝ ਆ ਜਾਵੇ। ਇੱਕ ਨਗਰ ਦੇ ਵਿੱਚ ਮਹਾਤਮਾ ਬੈਠੇ ਤੇ ਉਹ ਬੜੀ ਬੰਦਗੀ ਕਰਨ ਵਾਲੇ, ਬੜੇ ਰੱਬ ਨੂੰ ਪੂਜਣ ਵਾਲੇ, ਰੱਬ ਦੀਆਂ ਵਿਚਾਰਾਂ ਬੰਦਗੀ ਕਰਨ ਵਾਲੇ, ਤੇ ਰੋਜ਼ਾਨਾ ਹੀ ਨਗਰ ਨਿਵਾਸੀਆਂ ਨੂੰ, ਰਾਹਗੀਰਾਂ ਨੂੰ ਆਪਣੇ ਕੋਲ ਬਿਠਾ ਕੇ ਰੱਬ ਦੀਆਂ ਬਾਤਾਂ ਕਰਿਆ ਕਰਨ। ਪਿੰਡ ਦੇ ਕੁਝ ਕੁ ਨੌਜਵਾਨ, ਕਿਉਂਕਿ ਜਿਹੜਾ ਨੌਜਵਾਨ ਹੁੰਦਾ ਇਹ ਬੜਾ ਤਰਕਸ਼ੀਲ ਜਿਹਾ ਹੁੰਦਾ ਹੈ, ਅਜੇ ਬਚਪਨ ਤੇ ਬੁਢੇਪਾ ਉਹਨੇ ਤਰਕਸ਼ੀਲ ਨਹੀਂ ਜਿੰਨੇ ਇਹ ਨੌਜਵਾਨ ਤਰਕਸ਼ੀਲ ਹੁੰਦੇ ਨੇ। ਜਦੋਂ ਉਹਨਾਂ ਨੌਜਵਾਨਾਂ ਨੂੰ ਬਿਠਾਉਣਾ, ਉਹਨਾਂ ਨੇ ਰੱਬ ਦੀਆਂ ਗੱਲਾਂ ਕਰਨੀਆਂ, ਤੇ ਨੌਜਵਾਨਾਂ ਨੇ ਬਾਰ-ਬਾਰ ਤਰਕ ਕਰੀ ਜਾਣਾ ਵੀ ਰੱਬ ਹੈ ਕਿੱਥੇ, ਜਿਹੜੀਆਂ ਇੰਨੀਆਂ ਗੱਲਾਂ ਕਰਦੇ ਹੋ, ਰੱਬ ਸਾਨੂੰ ਮਿਲਾਓ ਤੇ ਸਹੀ, ਵਿਖਾਓ ਤੇ ਸਹੀ।
ਬੜੇ ਉਹਨਾਂ ਨੇ ਮਹਾਤਮਾ ਜੀ ਨੇ ਉਦਾਹਰਨਾਂ ਦੇ ਕੇ ਸਮਝਾਉਣਾ ਵੀ ਰੱਬ ਨੂੰ ਕੇਵਲ ਜਪਿਆ ਜਾ ਸਕਦਾ, ਰੱਬ ਨੂੰ ਮੰਨਿਆ ਜਾ ਸਕਦਾ, ਰੱਬ ਨੂੰ ਅਨੁਭਵ ਕੀਤਾ ਜਾ ਸਕਦਾ, ਅੰਤਰ ਆਤਮਾ ਮਿਲਿਆ ਜਾ ਸਕਦਾ। ਜੇ ਤੁਸੀਂ ਆਖੋ ਮੈਂ ਤੁਹਾਡੇ ਸਾਹਮਣੇ ਫੜ ਕੇ ਰੱਬ ਖੜਾ ਕਰਦੇ ਹਾਂ ਤੇ ਮੈਂ ਫੜ ਕੇ ਖੜਾ ਨਹੀਂ ਕਰ ਸਕਦਾ। ਪਰ ਉਹ ਨੌਜਵਾਨ ਕਿੱਥੇ ਮੰਨਦੇ ਨੇ। ਨੌਜਵਾਨ ਨੇ ਇੱਕ ਦਿਨ ਤੇ ਇੱਥੋਂ ਤੱਕ ਕਹਿ ਦਿੱਤਾ, ਜਿੱਦ ਫੜ ਲਈ, ਆਖਿਆ ਮਹਾਤਮਾ ਜੀ ਤੁਸੀਂ ਸਾਡਾ ਸਮਾਂ ਬੜਾ ਬਰਬਾਦ ਕਰਦੇ ਹੋ ਰੱਬ ਦੀਆਂ ਗੱਲਾਂ ਕਰਦਿਆਂ ਜਾਂ ਤੇ ਸਾਨੂੰ ਰੱਬ ਦਿਖਾ ਦਿਓ, ਨਹੀਂ ਤੇ ਅੱਜ ਤੋਂ ਬਾਅਦ ਇਹ ਝੁੱਗੀ ਚੁੱਕ ਕੇ ਚਲੇ ਜਾਵੋ, ਤੁਸੀਂ ਸਾਡੇ ਨਗਰ ਦੇ ਵਿੱਚ ਰਹਿ ਨਹੀਂ ਸਕਦੇ, ਸਾਡਾ ਸਮਾਂ ਬੜਾ ਬਰਬਾਦ ਹੁੰਦਾ ਹੈ। ਤੁਹਾਨੂੰ ਸਵੇਰੇ ਜਾਣਾ ਪਵੇਗਾ, ਜਾਂ ਤੇ ਰੱਬ ਵਿਖਾਓ ਜਾਂ ਸਵੇਰੇ ਆਪਣਾ ਡੰਡੀ ਡੋਰਾ ਚੁੱਕ ਕੇ ਇੱਥੋਂ ਚਲੇ ਜਾਓ। ਬੜੀ ਵੱਡੀ ਮੁਸ਼ਕਲ ਖੜੀ ਹੋ ਗਈ। ਮਹਾਤਮਾ ਜੀ ਆਖਦੇ ਨੇ ਇਹ ਨੌਜਵਾਨ ਨੂੰ, ਤੁਸੀਂ ਇਉਂ ਕਰਿਓ, ਕੱਲ੍ਹ ਨੂੰ ਸਵੇਰੇ ਆ ਜਾਓ, ਮੈਂ ਤੁਹਾਨੂੰ ਰੱਬ ਵਿਖਾਵਾਂਗਾ। ਹੁਣ ਸਾਰੇ ਨਗਰ ਦੇ ਵਿੱਚ ਢੰਡੋਰਾ ਪਿੱਟ ਦਿੱਤਾ ਗਿਆ ਵੀ ਸਾਰੇ ਜਣੇ ਆਪਾਂ ਮਹਾਤਮਾ ਦੇ ਕੋਲ ਚੱਲਣਾ। ਨੌਜਵਾਨਾਂ ਨੇ ਢੰਡੋਰਾ ਪਿੱਟਿਆ ਵੀ ਸਾਰੇ ਜਣੇ ਨਗਰ ਦੇ ਆਪਾਂ ਉਹਨਾਂ ਮਹਾਤਮਾ ਦੇ ਕੋਲ ਜਾਣਾ ਜਿਹੜੇ ਰੱਬ ਦੀਆਂ ਗੱਲਾਂ ਕਰਦੇ ਨੇ। ਕੱਲ੍ਹ ਨੂੰ ਉਹਨਾਂ ਨੇ ਸਾਨੂੰ ਰੱਬ ਵਿਖਾਉਣਾ, ਜੇ ਨਾ ਵਿਖਾਇਆ ਆਪਾਂ ਉਹਨਾਂ ਦੀ ਝੁੱਗੀ ਢਾਹ ਦੇਣੀ ਹੈ, ਨਗਰ ਦੇ ਵਿੱਚੋਂ ਕੱਢ ਦੇਣਾ। ਕੋਈ ਉਹਨਾਂ ਨੂੰ ਰੋਟੀ ਨਹੀਂ ਦੇਵੇਗਾ, ਕੋਈ ਉਹਨਾਂ ਨੂੰ ਰਹਿਣ ਲਈ ਥਾਂ ਨਹੀਂ ਦੇਵੇਗਾ। ਚਲੋ ਜੀ, ਸੰਧਿਆ ਹੋ ਗਈ, ਰਾਤ ਪੈ ਗਈ, ਸਵੇਰਾ ਆ ਗਿਆ, ਸਾਰਿਆਂ ਨੇ ਤਿਆਰੀ ਕਰ ਲਈ। ਉਕਸੁਕਤਾ ਬੜੀ ਹੈ ਵੀ ਅੱਜ ਰੱਬ ਵੇਖਣਾ ਹੈ, ਅੱਜ ਰੱਬ ਨੂੰ ਪਾਉਣਾ ਹੈ। ਸਾਰੇ ਜਣੇ ਨਗਰ ਦੇ ਚਲੇ ਗਏ। ਜਦੋਂ ਨਗਰ ਦੇ ਚਲੇ ਗਏ ਸਾਰੇ ਜਣੇ, ਨੌਜਵਾਨ ਜਦੋਂ ਝੌਂਪੜੀ ਦੇ ਕੋਲ ਪਹੁੰਚੇ, ਵੇਖਿਆ ਮਹਾਤਮਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਸਾਰੇ ਪਾਸੇ ਲੱਭ ਕੇ ਵੇਖ ਲਿਆ, ਮਹਾਤਮਾ ਤੇ ਨਜ਼ਰ ਨਹੀਂ ਆਉਂਦਾ। ਨੌਜਵਾਨ ਰੌਲਾ ਪਾਉਣ ਲੱਗ ਪਏ ਵੀ ਭੱਜ ਗਿਆ, ਝੂਠਾ ਸੀ, ਦੌੜ ਗਿਆ, ਐਵੇਂ ਸਾਡਾ ਸਮਾਂ ਬਰਬਾਦ ਕਰਦਾ ਰਹਿੰਦਾ ਸੀ, ਦੌੜ ਗਿਆ ਸੀ। ਕਿਸੇ ਨੇ ਆਖਿਆ ਝੌਂਪੜੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੀ ਤੇ ਵੇਖ ਲਵੋ, ਬਾਹਰ ਹੀ ਵੇਖੀ ਜਾਂਦੇ ਆ। ਜਦੋਂ ਝੌਂਪੜੀ ਦਾ ਦਰਵਾਜ਼ਾ ਖੋਲ੍ਹ ਕੇ ਇੱਕ ਨੌਜਵਾਨ ਜਿਹੜਾ ਤਰਕਸ਼ੀਲ ਸੀ ਅੰਦਰ ਗਿਆ ਨਾ, ਤੇ ਅੰਦਰ ਜਾ ਕੇ ਅਜੇ ਪਹਿਲਾ ਕਦਮ ਰੱਖਿਆ ਹੀ ਇਹ ਮਹਾਤਮਾ ਦਰਵਾਜ਼ੇ ਦੇ ਪਿੱਛੇ ਲੁਕੇ ਹੋਏ ਸਨ। ਇੱਕਦਮ ਬਾਹਰ ਆਏ ਤੇ ਬੜੀ ਜ਼ੋਰ ਦੇਣੀ ਸੱਜੇ ਹੱਥ ਦੇ ਨਾਲ ਚਪੇੜ ਨੌਜਵਾਨ ਦੇ ਗੁਰੂ ਸਵਾਰਿਓ ਸੱਜੀ ਗੱਲ੍ਹ ਦੇ ਉੱਤੇ ਮਾਰੀ। ਜਦੋਂ ਸੱਜੀ ਗੱਲ੍ਹ ਦੇ ਉੱਤੇ ਚਪੇੜ ਮਾਰੀ ਤੇ ਐਡੀ ਜ਼ੋਰ ਦੇਣੀ ਚਪੇੜ ਮਾਰੀ, ਨੌਜਵਾਨ ਨੇ ਦੋਵੇਂ ਹੱਥ ਆਪਣੀ ਗੱਲ੍ਹ ਦੇ ਉੱਤੇ ਰੱਖ ਲਏ, ਇਉਂ ਸੇਕਾ ਨਿਕਲਣ ਲੱਗ ਪਿਆ। ਬੜੀ ਪੀੜ, ਅਸਹਿ ਪੀੜ ਹੋਈ ਤੇ ਨੌਜਵਾਨ ਕੁਰਲਾ ਕੇ ਕਹਿੰਦਾ, ਮਹਾਤਮਾ ਜੇ ਰੱਬ ਨਹੀਂ ਸੀ ਵਿਖਾਉਣਾ ਤੇ ਨਾ ਸੀ ਆ ਚਪੇੜ ਕਿਉਂ ਮਾਰੀ ਆ? ਮੇਰੇ ਪਤਾ ਕਿੰਨੀ ਦਰਦ ਹੋਈ ਹੈ, ਮੈਂ ਦਰਦ ਸਹਾਰ ਨਹੀਂ ਸਕਦਾ। ਮਹਾਤਮਾ ਆਖਦੇ ਨੇ ਤੇਰੇ ਦਰਦ ਹੋਈ? ਆਖਿਆ ਹਾਂਜੀ ਮੇਰੇ ਬਹੁਤ ਜ਼ਿਆਦਾ ਦਰਦ ਹੋਈ। ਮਹਾਤਮਾ ਜੀ ਆਖਦੇ ਨੇ ਵਿਖਾ ਉਹ ਦਰਦ ਕਿੱਥੇ ਹੈ? ਉਹਨਾਂ ਨੇ ਆਖਿਆ ਕਮਾਲ ਹੋ ਗਈ, ਦਰਦ ਮੈਂ ਕਿਵੇਂ ਵਿਖਾਵਾਂ, ਉਹ ਤੇ ਮੈਂ ਮਹਿਸੂਸ ਕਰ ਸਕਦਾ। ਦਰਦ ਦਾ ਕੋਈ ਆਕਾਰ ਨਹੀਂ, ਦਰਦ ਦੀ ਕੋਈ ਤਸਵੀਰ ਨਹੀਂ, ਦਰਦ ਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ, ਮੈਂ ਵਿਖਾਵਾਂ ਕਿਤੇ? ਮੇਰੀ ਤੇ ਕੇਵਲ ਮਹਿਸੂਸ ਕਰ ਸਕਦੀ ਉਸ ਬਿਰਤੀ ਨੂੰ ਦਰਦ ਮੈਂ ਵਿਖਾ ਥੋੜੀ ਸਕਦਾ। ਮਹਾਤਮਾ ਜੀ ਆਖਦੇ ਨੇ ਕਮਲਿਆ ਰੱਬ ਵੀ ਇਵੇਂ ਦਾ ਹੀ ਏ, ਮੈਂ ਵਿਖਾ ਨਹੀਂ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ। ਜਿਹੜਾ ਆਦ ਸਾਚੇ ਜੁਗਾਦ ਸਾਚੇ ਹੈ ਭੀ ਸੱਚ, ਤੇ ਨਾਨਕ ਹੋਸੀ ਭੀ ਸੱਚ ਰਹਿਣ ਵਾਲਾ ਏ। ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੈ ਨਾ ਪਾਟੇ। ਉਸ ਸੱਚ ਨੇ ਕਦੀ ਨਹੀਂ ਮਰਨਾ। ਕੇਵਲ ਇਤਨੀ ਕੁ ਬਾਤ ਸਮਝ ਲਈਏ, ਆਪਣੇ ਮਨ ਨੂੰ ਉਸ ਸੱਚ ਦੇ ਨਾਲ ਜੋੜੀਏ, ਆਪਣੀ ਅੰਤਰ ਆਤਮਾ ਨੂੰ, ਆਪਣੇ ਵਿਚਾਰਾਂ ਨੂੰ ਉਸ ਸੱਚ ਦੇ ਨਾਲ ਜੋੜੀਏ, ਤਾਂ ਜੋ ਇਸ ਕੂੜ ਦੇ ਪਸਾਰੇ ਦੇ ਵਿੱਚੋਂ ਸਾਡਾ ਮਨ ਨਿਕਲ ਕੇ ਉਸ ਸੱਚ ਦੇ ਘਰ ਦਾ ਧਾਰਨੀ ਹੋ ਜਾਵੇ ਤੇ ਸਾਡਾ ਵੀ ਉਧਾਰ ਹੋ ਜਾਵੇ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਸੰਖੇਪ ਜਿਹਾ ਸਮਾਂ ਹੁੰਦਾ, ਜਿਤਨੀ ਕੁ ਮਤ ਸਤਿਗੁਰਾਂ ਨੇ ਬਖਸ਼ੀ ਸਾਂਝ ਪਾਈ ਜੀ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਪੌੜੀ ਦੀ ਵਿਚਾਰ ਅੱਗੋਂ ਪਹਿਲੀ ਪੌੜੀ ਦੀ ਵਿਚਾਰ ਆਰੰਭ ਹੋ ਜਾਣੀ ਹੈ, ਆਉਣ ਵਾਲੇ ਦਿਨਾਂ ਵਿੱਚ ਆਪਾਂ ਕਰਾਂਗੇ ਜੀ। ਆਓ ਅਖੀਰ ਫਤਿਹ ਦੀ ਸਾਂਝ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।